ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਉਮੀਦ ਹੈ ਸਾਰੇ ਦੋਸਤ ਠੀਕ ਹੋਣਗੇ ਤੇ ਇਸ ਪਲ ਪਲ ਬਦਲਦੀ ਦੁਨੀਆ ਦੇ ਵਿੱਚ ਆਪਣੇ ਮਸਾਇਲ ਦੇ ਹੱਲ ਕਰਨ ਦੇ ਨਾਲ ਨਾਲ ਕੌਮੀ ਮਸਾਇਲ ਦੇ ਉੱਤੇ ਵੀ ਨਜ਼ਰ ਰੱਖੀ ਹੋਵੇਗੀ ਇਹਨਾਂ ਨੇ। ਮੇਰੇ ਕੋਲ ਅੱਜ ਤਿੰਨ ਟੌਪਿਕ ਨੇ ਜਿਨ੍ਹਾਂ ਉੱਤੇ ਗੱਲ ਕਰਨੀ। ਇੱਕ ਹੈਗਾ ਕਿ ਯੂਏਈ ਦੇ ਵਿੱਚ ਔਰ ਸਾਊਦੀ ਅਰਬ ਦੇ ਵਿੱਚ ਰਮਜ਼ਾਨ ਅਲ ਮੁਬਾਰਕ ਔਰ ਉਸ ਤੋਂ ਬਾਅਦ ਜਿਹੜੇ ਪਾਕਿਸਤਾਨੀ ਨੇ ਭੀਖ ਮੰਗਦੇ ਬੜੀ ਤਾਦਾਦ 'ਚ ਫੜੇ ਗਏ। ਇਹ ਵਾਲੇ ਰੈਕਟ ਕਿਵੇਂ ਕੰਮ ਕਰਦਾ ਹੈ, ਉੱਥੇ ਜਾ ਕੇ ਕੀ ਕਰਦੇ ਨੇ, ਮੁਲਕ ਵਾਸਤੇ ਕਿਵੇਂ ਬਦਨਾਮੀ ਹੋ ਰਹੀ, ਥੋੜੀ ਜਿਹੀ ਅਸੀਂ ਇਹਦੇ ਤੇ ਗੱਲ ਕਰਾਂਗੇ। ਦੂਸਰਾ, ਇਸਲਾਮਾਬਾਦ ਹਾਈ ਕੋਰਟ ਨੇ ਉਹਦੇ ਫੁੱਲ ਕੋਰਟ ਇਜਲਾਸ ਹੋਇਆ ਵੇ ਔਰ 8 ਜੱਜਾਂ ਨੇ ਇਹ ਕਿਹਾ ਵੇ ਕਿ ਅਗਰ ਮੁਦਾਖਲਤ ਕੀਤੀ ਗਈ ਆਲਾ ਅਦਲੀਆ ਦੇ ਮਾਮਲਾਤ ਦੇ ਵਿੱਚ ਤੇ ਇੰਸਟੀਟਿਊਸ਼ਨਲ ਰਿਸਪੌਂਸ ਇਹਦਾ ਦਿੱਤਾ ਜਾਏਗਾ। ਇਹ ਇੰਸਟੀਟਿਊਸ਼ਨਲ ਰਿਸਪੌਂਸ ਕਿਸ ਸ਼ਕਲ 'ਚ ਹੋ ਸਕਦਾ ਹੈ ਔਰ ਇਹਦੇ ਵਾਸਤੇ ਕੀ ਕੀ ਕਰਨਾ ਚਾਹ ਰਹੇ ਨੇ ਇਹ ਜੱਜ, ਇਹਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਔਰ ਤੀਸਰਾ ਜਿਹੜਾ ਇਸ਼ੂ ਹੈ ਉਹ ਇਹ ਵੇ ਕਿ ਅਮਰੀਕਾ ਦੀ ਯੂਨੀਵਰਸਿਟੀਆਂ ਦੇ ਵਿੱਚ ਕੁਝ ਸਟੂਡੈਂਟਸ ਉੱਤੇ ਕ੍ਰੈਕਡਾਊਨ ਹੋਇਆ ਹੈ। ਇਹ ਸਟੂਡੈਂਟਸ ਉਹ ਨੇ ਜਿਹੜੇ ਫਲਸਤੀਨੀਆਂ ਦੇ ਹੱਕ ਵਾਸਤੇ ਮੁਜ਼ਾਹਰਾ ਕਰਨ ਡਏ ਸੀ ਔਰ ਇਸਰਾਈਲ ਦੇ ਖਿਲਾਫ ਇਹ ਮੁਜ਼ਾਹਰੇ ਸਨ ਤੇ ਉੱਥੇ ਕ੍ਰੈਕਡਾਊਨ ਹੋਇਆ। ਇਸ ਕ੍ਰੈਕਡਾਊਨ ਦੀ ਨੋਈਅਤ ਔਰ ਉਹਨਾਂ ਦੇ ਤਰੀਕਾਕਾਰ ਦੇ ਉੱਤੇ ਔਰ ਕਿਸ ਤਰ੍ਹਾਂ ਫੜੇ ਗਏ ਇਹਦੇ ਉੱਤੇ ਅਸੀਂ ਗੱਲ ਕਰਾਂਗੇ। ਔਰ ਇਹ ਵੀ ਗੱਲ ਕਰਾਂਗੇ ਕਿ ਇਸ ਕ੍ਰੈਕਡਾਊਨ ਦੇ ਨਾਲ ਇਨਸਾਨੀ ਹਕੂਕ ਦੀ ਔਰ ਸਟੂਡੈਂਟਸ ਰਾਈਟਸ ਦੀ ਜਿਹੜੀ ਵਾਇਲੇਸ਼ਨ ਉੱਥੇ ਹੋ ਰਹੀ ਉਹਦੇ ਉੱਤੇ ਗੱਲ ਕਰਾਂਗੇ। ਤੇ ਚਲੋ, ਸਭ ਤੋਂ ਪਹਿਲੇ ਅਸੀਂ ਜਨਾਬ ਗੱਲ ਕਰ ਲੈਂਦੇ ਹਾਂ ਖਲੀਜੀ ਮਮਾਲਿਕ ਦੇ ਵਿੱਚ ਜਿਹੜੇ ਭਿਖਾਰੀਆਂ ਦਾ ਨੈਟਵਰਕ ਹੈਗਾ। ਤੁਸੀਂ ਤੁਹਾਡੇ ਵਿੱਚੋਂ ਜਿਹੜੇ ਵੀ ਦੋਸਤ ਕਦੀ ਸਾਊਦੀ ਅਰਬ ਜਾਣ ਜਾਂ ਯੂਏਈ ਜਾਣ ਤੇ ਉਹਨਾਂ ਨੂੰ ਅਚਾਨਕ ਕਿਸੇ ਮੋੜ ਤੇ ਇੱਕ ਸ਼ਲਵਾਰ ਕਮੀਜ਼ ਪਾਇਆ ਕੋਈ ਬੰਦਾ ਜਾਂ ਬੀਬੀ ਮਿਲੇਗੀ ਔਰ ਉਹ ਤੁਹਾਡੇ ਨਾਲ ਨਾਲ ਚੱਲਣਾ ਸ਼ੁਰੂ ਕਰ ਦੇਗਾ ਔਰ ਫਿਰ ਉਹ ਕਹੇਗਾ ਕਿ ਜਨਾਬ ਮੈਂ ਇੱਥੇ ਆਇਆ ਸਾਂ, ਮੇਰਾ ਇਹ ਮਸਲਾ ਬਣ ਗਿਆ ਤੇ ਮੈਨੂੰ ਪੈਸੇ ਦੀ ਲੋੜ ਹੈ ਤੇ ਮੈਨੂੰ ਇੰਨੇ ਤੁਸੀਂ ਦਿਰਹਮ ਦੇ ਦਿਓ ਜਾਂ ਇੰਨੇ ਰਿਆਲ ਦੇ ਦਿਓ ਤਾਂ ਕਿ ਮੈਂ ਆਪਣੇ ਮੁਲਕ ਜਾ ਸਕਾਂ ਜਾਂ ਆਪਣੀ ਕੋਈ ਜ਼ਰੂਰਤ ਪੂਰੀ ਕਰਨਾ। ਤੁਹਾਨੂੰ ਕਈ ਤਰ੍ਹਾਂ ਦੀਆਂ ਕਹਾਣੀਆਂ ਸੁਣਾਵੇਗਾ ਤੇ ਕਈ ਦਫਾ ਤਾਂ ਲੋਕ ਉਹਨਾਂ ਦੇ ਝਾਂਸੇ 'ਚ ਆ ਜਾਂਦੇ ਨੇ ਅਕਸਰ, ਔਰ ਮਕਾਮੀ ਆਬਾਦੀ ਵੀ ਕਈ ਦਫਾ ਆ ਜਾਂਦੀ, ਲੇਕਿਨ ਉੱਥੋਂ ਦੀ ਜਿਹੜੀ ਇੰਤਜ਼ਾਮੀਆ ਖਾਸੀ ਸਖਤ ਹੁੰਦੀ ਜਾ ਰਹੀ ਹੈ ਇਸ ਮਾਮਲੇ ਵਿੱਚ। ਇਸ ਦਫਾ ਇੰਝ ਹੋਇਆ ਕਿ ਰਮਜ਼ਾਨ ਦੇ ਪਹਿਲੇ ਅਸ਼ਰੇ ਦੇ ਵਿੱਚ ਹੀ ਤਕਰੀਬਨ 200 ਲੋਕ ਜਿਹੜੇ ਸਾਊਦੀਆ ਤੋਂ ਉਹ ਫੜੇ ਗਏ ਭੀਖ ਮੰਗਦੇ। ਔਰ ਹੈਰਤ ਦੀ ਗੱਲ ਇਹ ਵੇ ਕਿ ਮੁਸਲਮਾਨ ਹੋਣ ਦੇ ਨਾਤੇ ਅਸੀਂ ਜਿਹੜੀਆਂ ਚੀਜ਼ਾਂ ਦਾ ਤਸੱਵਰ ਵੀ ਨਹੀਂ ਕਰ ਸਕਦੇ, ਇਹ ਮੰਗਣ ਵਾਲਾ ਗਰੋਹ ਉਹ ਵੀ ਕੰਮ ਕਰ ਦਿੰਦਾ। ਇਹਨਾਂ ਦੇ ਵਿੱਚ ਹੀ ਐਸੇ ਜੇਬ ਕੁਤਰੇ ਹੁੰਦੇ ਨੇ, ਉਹ ਐਸੀ ਫੜੇ ਵੀ ਗਏ ਜਿਹੜੇ ਮਸਜਿਦ ਨਬਵੀ ਤੇ ਮਸਜਿਦ ਹਰਾਮ ਦੇ ਵਿੱਚ ਆਏ ਲੋਕਾਂ ਦੀਆਂ ਜੇਬਾਂ ਕੱਟ ਕੇ ਉਹ ਐਤਕੀ ਫੜੇ ਗਏ ਨੇ ਵੱਡੀ ਤਾਦਾਦ ਦੇ ਵਿੱਚ। ਔਰ ਐਤਕੀ ਯੂਏਈ ਨੇ ਕੋਈ 300 ਜਿਹੜੇ ਬੰਦੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਰਮਜ਼ਾਨ ਦੇ ਵਿੱਚ ਔਰ ਉਹਨਾਂ ਦੇ ਉੱਤੇ 5-500 ਦਿਰਹਮ ਦਾ ਜੁਰਮਾਨਾ ਵੀ ਆਇਦ, 5000 ਦਿਰਹਮ ਦਾ ਜੁਰਮਾਨਾ ਵੀ ਆਇਦ ਕੀਤਾ ਇਹਨਾਂ ਦੇ ਉੱਤੇ। ਮੈਂ ਜਦੋਂ ਕੁਝ ਅਰਸਾ ਪਹਿਲੇ ਦੁਬਈ ਗਿਆ ਤੇ ਮੇਰੀ ਉੱਥੇ ਪਾਕਿਸਤਾਨੀ ਕੌਂਸਲ ਜਨਰਲ ਦੇ ਨਾਲ ਮੁਲਾਕਾਤ ਸੀ ਤੇ ਮੈਂ ਉਹਨੂੰ ਪੁੱਛਿਆ ਕਿ ਯਾਰ ਇੱਥੇ ਜਿਹੜੇ ਪਾਕਿਸਤਾਨੀ ਕੈਦ ਨੇ ਇਹ ਕਿਹੜੇ ਕਿਹੜੇ ਜੁਰਮਾਂ ਦੇ ਵਿੱਚ ਜ਼ਿਆਦਾਤਰ ਹੁੰਦੇ। ਉਹਨਾਂ ਕਿਹਾ ਜੀ ਸਾਡੇ ਵਾਸਤੇ ਸ਼ਰਮਿੰਦਗੀ ਕਿ ਸਭ ਨਾਲੋਂ ਵੱਡੀ ਤਾਦਾਦ ਪਾਕਿਸਤਾਨੀਆਂ ਦੀ ਇੱਥੇ ਮੰਗਣ ਵਾਲੇ ਨੇ, ਉਹ ਕੈਦ ਨੇ। ਤੇ ਉਹਨੇ ਕਿਹਾ ਜੀ ਉਹ ਮੈਂ ਇਹਨਾਂ ਨੂੰ ਰਿਕੁਐਸਟ ਕਰਨਾ ਮੰਗਣ ਵਾਲਿਆਂ ਨੂੰ ਕਿ ਯਾਰ ਤੁਸੀਂ ਕਮ ਸੇ ਕਮ ਸ਼ਲਵਾਰ ਕਮੀਜ਼ ਹੀ ਨਾ ਪਾਵੋ। ਤੁਸੀਂ ਟ੍ਰੇਡਮਾਰਕ ਬਣਾ ਦਿਆ, ਜਿੱਥੇ ਲੋਕ ਸਲਵਾਰ ਕਮੀਜ਼ ਪਾਏ ਕਿਸੇ ਮੁਅੱਜ਼ਜ਼ ਬੰਦੇ ਨੂੰ ਵੇਖਦੇ ਨੇ ਤੇ ਉਹ ਸਮਝਦੇ ਨੇ ਕਿ ਇਹ ਮੰਗਣ ਵਾਲਾ ਹੀ, ਇੰਨਾ ਬਦਨਾਮ ਉੱਥੇ ਹੋ ਗਿਆ। ਅੱਛਾ, ਇਹਦੇ ਹਵਾਲੇ ਨਾਲ ਜਿਹੜਾ ਮੁਲਤਾਨ ਏਅਰਪੋਰਟ ਹੈ ਸਾਡਾ, ਇਹ ਜ਼ਿਆਦਾ ਐਕਟੀਵਿਟੀਜ਼ ਉੱਥੇ ਹੁੰਦੀਆਂ ਨੇ। ਜਿਹੜੇ ਏਜੰਟ ਨੇ ਉਹ ਮੁਲਤਾਨ ਤੇ ਇਹਦੇ ਇਰਦ ਗਿਰਦ ਦੇ ਜਿਹੜੇ ਪਸਮਾਨਦਾ ਗਰੀਬ ਇਲਾਕੇ ਨੇ ਉੱਥੇ ਲੋਕਾਂ ਨੂੰ ਲੈ ਕੇ ਜਾਂਦੇ ਨੇ, ਉਹਨਾਂ ਨਾਲ ਮੁੱਕਦੇ ਨੇ ਕਿ ਜਨਾਬ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਉੱਥੇ ਤੇ ਪੈਸੇ ਇੰਨੇ ਹੋਣਗੇ, ਇੰਨੇ ਤੁਹਾਨੂੰ ਦੇ ਦਿਆਂਗੇ ਤੇ ਇੰਨੇ ਤੁਸੀਂ ਸਾਨੂੰ ਦੇ ਦਿਓ। ਔਰ ਇਹ ਅਰਸੇ ਤੋਂ ਧੰਦਾ ਜਾ ਰਿਹਾ ਜਾਰੀ। ਤੇ ਸਾਡੇ ਇਦਾਰਿਆਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ, ਪਤਾ ਹੈਗਾ ਸੀ ਉਹਨਾਂ ਨੂੰ, ਲੇਕਿਨ ਅੱਖਾਂ ਬੰਦ ਕੀਤੀਆਂ ਸੀ ਔਰ ਉਹਨਾਂ ਅੱਖਾਂ ਬੰਦ ਕਰਨ ਦਾ ਨਤੀਜਾ ਨਿਕਲਿਆ ਹੈ ਕਿ ਅਸੀਂ ਬਹੁਤ ਬਦਨਾਮ ਹੋ ਗਏ ਇਸ ਇਲਾਕੇ 'ਚ। ਤੇ ਹੁਣ ਚੰਗੇ ਭਲੇ ਜਿਹੜੇ ਪਾਕਿਸਤਾਨੀ ਸਾਬੇ ਸਰਵਰ ਜਿਹੜੇ ਨੇਕ ਨਾਮ ਨੇ ਜਿਹੜੇ ਉੱਥੇ ਜਾ ਕੇ ਕੰਮ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ, ਉਹਨਾਂ ਨੂੰ ਵੀ ਕਈ ਦਫਾ ਲੋਕ ਹਕਾਰਤ ਨਾਲ ਵੇਖਦੇ ਨੇ। ਤੇ ਇਹ ਸਾਰਾ ਕੁਝ ਤਾਂ ਹੋਇਆ ਕਿ ਸਾਡੇ ਜਿਹੜੇ ਇੱਥੇ ਇਦਾਰੇ ਮੌਜੂਦ ਨੇ ਉਹ ਰਿਸ਼ਵਤ ਲੈ ਕੇ ਇਹੋ ਜਿਹੇ ਗਰੁੱਪਾਂ ਦੇ ਖਿਲਾਫ ਕਾਰਵਾਈ ਕਰਨ। ਇਹ ਨਾ ਕੀਤਾ ਗਿਆ ਤੇ ਮੁਲਕ ਦਾ ਬਹਾਲੀ ਜਿਹੜੀ ਮਈਸ਼ਤ ਦੀ ਹੈ ਨਾ, ਉਹਨਾਂ ਨਾਲ ਇੱਕ ਕਲੰਕ ਦਾ ਟੀਕਾ ਵੀ ਸਾਡੇ ਲੱਗਾ ਰਹੇਗਾ। ਤੇ ਇਹ ਉਮੀਦ ਕਰਨੇ ਕਿ ਇਹ ਮਾਮਲਾ ਠੀਕ ਹੋਵੇਗਾ।
ਦੂਸਰਾ ਅਸੀਂ ਗੱਲ ਕਰਨੇ ਜਿਹੜੇ ਇਸਲਾਮਾਬਾਦ ਹਾਈ ਕੋਰਟ ਦੇ 8 ਜੱਜਾਂ ਨੇ ਫੁੱਲ ਕੋਰਟ ਇਜਲਾਸ ਕੀਤਾ। 6 ਜੱਜਾਂ ਨੇ ਕੁਝ ਅਰਸਾ ਪਹਿਲੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਇਦਾਰਿਆਂ ਵੱਲੋਂ ਕੋਈ ਮੁਦਾਖਲਤ ਦਾ ਜਿਹੜਾ ਹੈ ਉਹ ਸਾਹਮਣਾ ਹੈ, ਔਰ ਉਹਨਾਂ ਤੇ ਦਬਾਅ ਪਾਇਆ ਜਾਂਦਾ ਹੈ ਕਿ ਤੁਸੀਂ ਮੁਕੱਦਮੇ ਜਿਹੜੇ ਨੇ ਇੰਜ ਕਰੋ, ਉਹਨਾਂ ਦਾ ਫੈਸਲਾ ਖਾਸ ਤੌਰ ਤੇ ਇੱਕ ਪਾਰਟੀ ਦੇ ਹਵਾਲੇ ਨਾਲ ਇਹਨਾਂ ਨੇ ਕੀਤਾ। ਤੇ ਇਹ ਜੱਜਾਂ ਦਾ ਮਾਮਲਾ ਜਿਹੜਾ ਸੀ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਸੋ ਮੋਟੋ ਸੁਪਰੀਮ ਕੋਰਟ ਨੇ ਲਿਆ, ਲੇਕਿਨ ਹਾਲੇ ਤੱਕ ਉਹਦੇ ਤੇ ਕਿਸੇ ਪਾਸੇ ਨਹੀਂ ਗੱਲ ਲੱਗੀ, ਜਾਰੀ ਹੈ ਸਮਾਅਤ। ਤੇ ਇਸ ਸੂਰਤ ਹਾਲ ਦੇ ਵਿੱਚ ਇਸਲਾਮਾਬਾਦ ਹਾਈ ਕੋਰਟ ਦੇ ਜਿਹੜੇ 6 ਜੱਜਾਂ ਨੇ ਸ਼ਿਕਾਇਤ ਕੀਤੀ ਸੀ ਉਹ, ਤੇ ਜਿਹੜੇ 2 ਜੱਜ ਹੋਰ ਨੇ ਉਹਨਾਂ 'ਚ ਇੱਕ ਚੀਫ ਜਸਟਿਸ ਤੇ ਇੱਕ ਦੂਸਰੇ ਜੱਜ, ਇਹ ਵੀ ਸ਼ਾਮਲ ਹੋਏ ਇਸ ਫੁੱਲ ਕੋਰਟ ਇਜਲਾਸ। ਤੇ ਇਹਨਾਂ ਨੇ ਫਿਰ ਇਹ ਤੈਅ ਕੀਤਾ ਕਿ ਅਗਰ ਹੁਣ ਮੁਦਾਖਲਤ ਹੋਈ ਤੇ ਇਹਦਾ ਇੰਸਟੀਟਿਊਸ਼ਨਲ ਰਿਸਪਾਂਸ ਦਿੱਤਾ ਜਾਏਗਾ, ਯਾਨੀ ਇਦਾਰਾ ਜਾਤੀ ਸਤ੍ਹਾ ਦੇ ਉੱਤੇ ਇਹਦਾ ਜਵਾਬ ਦਿੱਤਾ ਜਾਏਗਾ। ਇਹ ਜਵਾਬ ਕਿਸ ਸ਼ਕਲ 'ਚ ਹੋਏਗਾ ਮੈਂ ਜਾਣਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਖਬਰ ਦੇ ਵਿੱਚ ਤਾਂ ਇਹ ਗੱਲ ਨਹੀਂ ਸੀ ਹੈਗੀ, ਤੇ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਰਿਸਪਾਂਸ ਦੀ ਸ਼ਕਲ ਕੀ ਹੋ ਸਕਦੀ। ਤੇ ਇੱਕ ਸ਼ਕਲ ਉਹਦੀ ਇਹ ਹੋ ਸਕਦੀ ਹੈ ਕਿ ਇੱਕ ਇਨਸਪੈਕਸ਼ਨ ਟੀਮ ਬਣਾਈ ਜਾਵੇ ਜਾਂ 2 ਬਣਾਈਆਂ ਜਾਣ, ਔਰ ਉਹ ਮਾਤਹਿਤ ਅਦਲੀਆ ਦੇ ਜਿਹੜੇ ਜੱਜ ਨੇ, ਯਾਨੀ ਡਿਸਟ੍ਰਿਕਟ ਲੈਵਲ ਦੀ ਜਿਹੜੀ ਅਦਲੀਆ, ਉਹਨਾਂ ਨੂੰ ਮਿਲੇ, ਉਹਨਾਂ ਕੋਲ ਪੁੱਛੇ ਕਿ ਤੁਹਾਨੂੰ ਕਿੱਥੋਂ ਕਿੱਥੋਂ ਦਬਾਅ ਦਾ ਸਾਹਮਣਾ ਹੈ, ਔਰ ਫਿਰ ਉਹਨਾਂ ਨੂੰ ਨੋਟ ਡਾਊਨ ਕਰੇ, ਔਰ ਉਸ ਤੋਂ ਬਾਅਦ ਉਹ ਸਾਰੀਆਂ ਸ਼ਿਕਾਇਤਾਂ ਦਾ ਇੱਕ ਪਲੰਦਾ ਤਿਆਰ ਹੋਵੇ ਕਿ ਕਿਹੜੇ ਡਿਸਟ੍ਰਿਕਟ ਦੇ ਵਿੱਚ ਕਿਹੜੇ ਜੱਜ ਨੂੰ ਕਿਸ ਤਰ੍ਹਾਂ ਦੇ ਦਬਾਅ ਦਾ ਕਿੱਥੋਂ ਸਾਹਮਣਾ ਹੈਗਾ, ਉਹ ਇੱਕ ਹੋਏਗਾ, ਔਰ ਉਹ ਇੰਸਪੈਕਸ਼ਨ ਸਖਤ ਹੋਵੇ, ਔਰ ਇਹਦਾ ਜ਼ਾਹਿਰ ਇੱਕ ਕਾਊਂਟਰ, ਇਹ ਇੱਕ ਦਬਾਅ ਵੀ ਹੋਵੇਗਾ। ਦੂਸਰਾ ਇਹਦੇ ਵਿੱਚ ਇਹ ਹੋਵੇਗਾ ਕਿ ਜਿਹੜਾ ਇਦਾਰਾ ਜਾਂ ਜਿਹੜੇ ਲੋਕ ਇਹ ਦਬਾਅ ਪਾਉਣਗੇ ਜਾਂ ਜੱਜਾਂ ਦੇ ਅਦਾਲਤੀ ਕਾਰਵਾਈ ਦੇ ਵਿੱਚ ਮੁਦਾਖਲਤ ਕਰਨਗੇ, ਉਹਨਾਂ ਦੇ ਜ਼ਿੰਮੇਦਾਰਾਂ ਨੂੰ ਅਦਾਲਤ ਤਲਬ ਕਰੇ। ਹਾਈ ਕੋਰਟ ਦੇ ਕੋਲ ਕਾਫੀ ਇਖਤਿਆਰਾਤ ਹੁੰਦੇ ਤੇ ਹਾਈ ਕੋਰਟ ਦੇ ਇਹ ਜੱਜ ਉਹਨਾਂ ਨੂੰ ਤਲਬ ਕਰਨ, ਔਰ ਬਰਾਹ ਰਾਸਤ ਫਿਰ ਉਹਨਾਂ ਨੂੰ ਇਹ ਜ਼ਿੰਮੇਦਾਰ ਕਰਾਰ ਦੇ ਕੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕਰਨ, ਬਲਕਿ ਕਈ ਦਫਾ ਆਰਡਰ ਵੀ ਦੇ ਸਕਦੇ ਨੇ ਕਈ ਮਾਮਲਿਆਂ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਇਹ ਜਿਹੜੇ ਇਦਾਰੇ ਦੇ ਆਲਾ ਜ਼ਿੰਮੇਦਾਰ ਨੇ ਉਹਨਾਂ ਨੂੰ ਬੁਲਾਉਣਾ ਤੇ ਤੁਸੀਂ ਇਹ ਅਦਾਲਤ ਦੀ ਜਿਹੜੀ ਕਾਰਵਾਈ ਹੈ ਉਹ ਇਨੀਸ਼ੀਏਟ ਕਰਨਾ, ਇਹ ਵੀ ਹੋ ਸਕਦਾ। ਤੇ ਨਾਲ ਨਾਲ ਇਹ ਵੀ ਹੈਗਾ ਵੇ ਕਿ ਇਹਨਾਂ ਇਦਾਰਿਆਂ ਨੂੰ ਜਿਹੜੇ ਲੋਕ ਕੰਟਰੋਲ ਕਰਦੇ ਨੇ ਉਹਨਾਂ ਦੇ ਹਵਾਲੇ ਨਾਲ ਵੀ ਕੋਈ ਤਜਾਵੀਜ਼ ਹੈਗੀਆਂ ਨੇ, ਤੇ ਫੁੱਲ ਕੋਰਟ ਨੇ ਕੁਝ ਤਜਾਵੀਜ਼ ਜਿਹੜੀਆਂ ਨੇ ਉਹ ਡਰਾਫਟ ਕੀਤੀਆਂ ਨੇ, ਔਰ ਦੱਸਿਆ ਜਾ ਰਿਹਾ ਹੈ ਕਿ ਇਹ ਤਜਾਵੀਜ਼ ਜਿਹੜੀਆਂ ਨੇ ਇਹ ਫਾਈਨਲ ਹੋ ਕੇ ਸੁਪਰੀਮ ਕੋਰਟ ਭੇਜੀਆਂ ਜਾਣਗੀਆਂ ਕਿ ਅਸੀਂ ਇਸ ਤਰ੍ਹਾਂ ਫਿਰ ਅਗਰ ਮੁਦਾਖਲਤ ਨਾ ਰੁਕੀ ਤੇ ਫਿਰ ਇਹ ਵਾਲਾ ਸਾਡਾ ਇਦਾਰੇ ਦੀ ਸਤ੍ਹਾ ਦੇ ਉੱਤੇ ਰਿਸਪਾਂਸ ਹੋਵੇਗਾ। ਇਹ ਹੈਗਾ ਸੀ। ਮੈਂ ਸਮਝਦਾ ਵਾ ਕਿ ਇਦਾਰਿਆਂ ਤੇ ਸਾਰਿਆਂ ਨੂੰ ਆਪਣੀ ਆਪਣੀ ਹੱਦ ਦੇ ਵਿੱਚ ਰਹਿਣਾ ਚਾਹੀਦਾ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ। ਕਾਨਸਟੀਟਿਊਸ਼ਨ ਨੇ ਜਿਹੜੇ ਉਹਨਾਂ ਦੇ ਇਖਤਿਆਰਾਤ ਦਿੱਤੇ ਨੇ ਉਹਨਾਂ ਨੂੰ ਉਹਦੇ ਵਿੱਚ ਰਹਿਣਾ ਚਾਹੀਦਾ, ਜਿਹੜੀਆਂ ਜ਼ਿੰਮੇਦਾਰੀਆਂ ਉਹਨਾਂ ਨੂੰ ਦਿੱਤੀਆਂ ਨੇ ਉਹਦੇ ਵਿੱਚ ਰਹਿਣਾ ਚਾਹੀਦਾ, ਔਰ ਇਹੋ ਹੀ ਮੈਂ ਸਮਝਦਾ ਵਾਂ ਕਿ ਜਮਹੂਰੀਅਤ ਹੈ ਕਿ ਹਰ ਬੰਦਾ ਤੇ ਹਰ ਇਦਾਰਾ ਆਪਣੇ ਦਾਇਰਾਕਾਰ ਦੇ ਵਿੱਚ ਰਹਿ ਕੇ ਕੰਮ ਕਰੇ, ਇਹਦੇ ਨਾਲ ਹੀ ਜਮਹੂਰੀਅਤ ਅੱਗੇ ਵਧਦੀ। ਤੇ ਪਾਕਿਸਤਾਨ ਦੇ ਵਿੱਚ ਅਸਲ 'ਚ ਇਸ ਤਰ੍ਹਾਂ ਹੋਇਆ ਕਿ ਮੁਖਤਲਿਫ ਮੌਕੇ ਨੇ ਤਾਰੀਖੀ ਲਿਹਾਜ਼ ਨਾਲ ਜਿੱਥੇ ਇਦਾਰੇ ਆਪਣੀ ਆਪਣੀ ਹਦੂਦ 'ਚੋਂ ਬਾਹਰ ਨਿਕਲ ਕੇ ਉਹਨਾਂ ਨੇ ਖੇਡਿਆ, ਤੇ ਉਹ ਜਦੋਂ ਆਪਸ 'ਚ ਖੇਡਦੇ ਨੇ ਜਾਂ ਇੱਕ ਦੂਜੇ ਨੂੰ ਪਾਸ ਦੇ ਕੇ ਕਿਸੇ ਤੀਸਰੀ ਕੂਵਤ ਜਾਂ ਚੌਥੀ ਕੂਵਤ ਦੇ ਖਿਲਾਫ ਰਲ ਜਾਂਦੇ ਨੇ, ਤੇ ਉਸ ਵਕਤ ਉਹਨਾਂ ਨੂੰ ਆਮ ਤੌਰ ਤੇ ਇਹ ਚੀਜ਼ਾਂ ਯਾਦ ਨਹੀਂ ਆਉਂਦੀਆਂ। ਲੇਕਿਨ ਅਗਰ ਹੁਣ ਇਦਾਰੇ ਇਹ ਮਹਿਸੂਸ ਕਰ ਰਹੇ ਨੇ ਕਿ ਇਹ ਜੋ ਕੁਝ ਹੁੰਦਾ ਰਿਹਾ ਉਹ ਗਲਤ ਹੁੰਦਾ ਰਿਹਾ ਤੇ ਆਇੰਦਾ ਨਹੀਂ ਹੋਣਾ ਚਾਹੀਦਾ, ਤੇ ਇੱਕ ਪੋਜ਼ਿਟਿਵ ਪਾਕਿਸਤਾਨ ਦੇ ਸਿਸਟਮ ਦੇ ਵਿੱਚ ਇੱਕ ਮਸਬਤ ਤਬਦੀਲੀ ਨੂੰ ਕਹਿ ਲਓ। ਤੇ ਇਦਾਰਾ ਜਾਤੀ ਖੁਦ ਮੁਖਤਾਰੀ ਜਿਹੜੀ ਇਹ ਜਮਹੂਰੀਅਤ ਵਾਸਤੇ ਵੈਸੇ ਵੀ ਚੰਗੀ। ਤੇ ਹੁਣ ਤੀਸਰਾ ਜਿਹੜਾ ਇਸ਼ੂ ਸਾਡਾ, ਅਸੀਂ ਉਹਦੇ ਉੱਤੇ ਗੱਲ ਕਰ ਲੈਂਦੇ ਕਿ ਅਮਰੀਕੀ ਜਿਹੜੀਆਂ ਯੂਨੀਵਰਸਿਟੀਆਂ ਨੇ ਉੱਥੇ ਗਜ਼ਾ ਦੇ ਹਵਾਲੇ ਨਾਲ ਜਿਹੜਾ ਲੋਕਾਂ ਨੇ ਮੁਜ਼ਾਹਰਾ ਕੀਤਾ, ਉਹ 130 ਲੋਕ ਉੱਥੇ ਗ੍ਰਿਫਤਾਰ ਹੋਏ, ਔਰ ਇਹ 3-4 ਯੂਨੀਵਰਸਿਟੀਆਂ ਨੇ, ਯੇਲ ਯੂਨੀਵਰਸਿਟੀ ਹੈ, ਕੋਲੰਬੀਆ ਯੂਨੀਵਰਸਿਟੀ ਹੈ, ਨਿਊਯਾਰਕ ਯੂਨੀਵਰਸਿਟੀ, ਔਰ ਕੋਲੰਬੀਆ ਯੂਨੀਵਰਸਿਟੀ ਦੇ ਤਾਂ ਕੈਂਪਸ ਦੇ ਉੱਤੇ ਛਾਪਾ ਮਾਰਿਆ ਪੁਲਿਸ ਨੇ ਉੱਥੋਂ ਦੀ, ਔਰ ਉੱਥੋਂ ਦੀ ਇੰਤਜ਼ਾਮੀਆ ਦਾ ਇਹ ਕਹਿਣਾ ਹੈ ਕਿ ਇਹ ਲੋਕ ਜਿਹੜੇ ਨੇ ਇਹ ਯੂਨੀਵਰਸਿਟੀ ਦੇ ਸਟੂਡੈਂਟਸ ਨਹੀਂ ਸਨ, ਇਹ ਆਊਟਸਾਈਡਰ ਸਨ, ਔਰ ਇੱਥੇ ਅਮਨੋ ਮਾਨ ਦੀ ਹਾਲਤ ਖਰਾਬ ਕਰਨੀ ਚਾਹੁੰਦੇ। ਅਮਰੀਕੀ ਪ੍ਰੈਜ਼ੀਡੈਂਟ ਦਾ ਵੀ ਇਹ ਕਹਿਣਾ ਹੈ ਕਿ ਜਨਾਬ ਮੁਲਕ ਦੇ ਵਿੱਚ ਜਿਹੜੇ ਐਂਟੀ ਯਹੂਦੀ ਜਜ਼ਬਾਤ ਨੇ ਉਹਨਾਂ ਦੇ ਹਵਾਲੇ ਨਾਲ ਇਹ ਫਿਕਰਮੰਦੀ ਦਾ ਬਾਇਸ ਹੈ ਉਹਨਾਂ ਵਾਸਤੇ, ਲੇਕਿਨ ਉਹ ਇਹ ਦੱਸਣਾ ਪਸੰਦ ਨਹੀਂ ਕਰਦੇ ਜਾਂ ਇਸ ਪਾਸੇ ਧਿਆਨ ਦੇਣਾ ਪਸੰਦ ਨਹੀਂ ਕਰਦੇ ਕਿ ਇਸ ਸਾਰੀ ਸੂਰਤ ਹਾਲ ਦਾ ਜ਼ਿੰਮੇਦਾਰ ਕੌਣ ਹੈ। ਇਹਦਾ ਜ਼ਿੰਮੇਦਾਰ ਇਸਰਾਈਲ ਦੀ ਮੌਜੂਦਾ ਕਿਆਦਤ ਹੈ ਔਰ ਅਮਰੀਕੀ ਕਿਆਦਤ। ਇਜ਼ਰਾइल ਦੇ ਅੰਦਰ ਹੱਤਾ ਕਿ
ਬਹੁਤ ਸੇ ਲੋਕ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਸਮਝਦੇ ਨੇ ਕਿ ਉਹਨਾਂ ਦੀ ਹਕੂਮਤ ਫਲਸਤੀਨੀਆਂ ਦੇ ਹਵਾਲੇ ਨਾਲ ਜ਼ੁਲਮ ਕਰਨ ਡਈ ਹੈ ਔਰ ਨਾ ਇਨਸਾਫੀ ਦਾ ਉਹਨੇ ਰਵੱਈਆ ਇਖਤਿਆਰ ਕੀਤਾ ਹੋਇਆ ਹੈ। ਇਹ ਅੰਦਰ ਵੀ ਜਿਹੜੇ ਐਸੇ ਯਹੂਦੀ ਉੱਥੇ ਗਰੁੱਪ ਹੈਗੇ ਨੇ ਜਿਹੜੇ ਆਵਾਜ਼ ਚੁੱਕਣ ਡਏ ਨੇ ਫਲਸਤੀਨੀਆਂ ਦੇ ਹੱਕ ਵਿੱਚ ਵੀ। ਲੇਕਿਨ ਜਿਹੜੀ ਉਹ ਨਿਤਨਯਾਹੂ ਇੰਤਜ਼ਾਮੀਆ ਹੈ ਤੇ ਜਿਹੜੀ ਬਾਈਡਨ ਇੰਤਜ਼ਾਮੀਆ ਹੈ, ਉਹਦੇ ਅਹਿਦਾਫ ਕੁਝ ਹੋਰ ਨੇ। ਉਹ ਜੰਗ ਨੂੰ ਫੈਲਾਉਣਾ ਔਰ ਇੱਥੇ ਮੁਸਲਸਲ ਅਦਮੇ ਇਸਤਹਿਕਾਮ ਰੱਖਣ ਦੇ ਵਾਸਤੇ ਇਹ ਸਾਰਾ ਕੁਝ ਕਰ ਰਹੇ। ਤੇ ਇਹ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਸਟੂਡੈਂਟਸ ਪੂਰਮਨ ਤੌਰ ਤੇ ਉੱਥੇ ਇਹਤਜਾਜ ਰਿਕਾਰਡ ਕਰਾ ਰਹੇ ਸਨ, ਅਵੇਅਰਨੈਸ ਦੇ ਰਹੇ ਸਨ ਲੋਕਾਂ ਨੂੰ, ਉਹਨਾਂ ਦੇ ਖਿਲਾਫ ਕੀਤਾ ਗਿਆ। ਤੇ ਇਹ ਸਿਰਫ ਇਹਨਾਂ ਯੂਨੀਵਰਸਿਟੀਆਂ ਦਾ ਮਾਮਲਾ ਨਹੀਂ, ਇਹ ਗੱਲ ਖਿਲਰਨ ਡਈ। ਇਹਦਾ ਮਤਲਬ ਇਹ ਵੇ ਉੱਥੇ ਜਿਹੜੇ ਹਿਊਮਨ ਰਾਈਟਸ ਗਰੁੱਪ ਨੇ ਉਹਨਾਂ ਦੇ ਵਿੱਚ ਆਵਾਜ਼ ਅੱਗੇ ਜਾ ਰਹੀ, ਸਟੂਡੈਂਟਸ ਗਰੁੱਪ, ਟੀਚਰ ਗਰੁੱਪ, ਉੱਥੇ ਜਿਹੜੀ ਨੇ ਸਿਵਲ ਸੁਸਾਇਟੀ ਹੈ ਉਹ ਜਾ ਰਹੀ ਅੱਗੇ। ਤੇ ਇਹ ਇੰਜ ਆਵਾਜ਼ਾਂ ਥੋੜ੍ਹੀਆਂ ਦੱਬੀਆਂ ਜਾਣਗੀਆਂ। ਇਹ ਲੋਕ ਵੈਸਟ ਦਾ ਪ੍ਰੈਸ ਤੁਸੀਂ ਕੁਝ ਵੀ ਕਹਿ ਲਓ, ਲੇਕਿਨ ਥੋੜਾ ਬਹੁਤ ਬਹਰਹਾਲ ਕਿਤੇ ਨਾ ਕਿਤੇ ਗੱਲ ਆ ਜਾਂਦੀ ਔਰ ਇੰਟਰਨੈਸ਼ਨਲ ਸਤ੍ਹਾ ਤੇ ਫਿਰ ਉਹ ਹਾਈਲਾਈਟ ਹੁੰਦੀ। ਤੇ ਉਮੀਦ ਹੈ ਕਿ ਅੱਜ ਦੇ ਇਸ਼ੂਜ਼ ਜਿਹੜੇ ਨੇ ਉਹਦੇ ਉੱਤੇ ਤੁਸੀਂ ਤੁਹਾਨੂੰ ਥੋੜਾ ਜਿਹਾ ਇਨਫੋਰਮੇਸ਼ਨ ਮਿਲੀ ਹੋਵੇਗੀ, ਕੁਝ ਐਸੀਆਂ ਲਾਈਨਸ ਮਿਲੀਆਂ ਹੋਣਗੀਆਂ ਕਿ ਤੁਸੀਂ ਵੇਖ ਸਕੋ ਕਿ ਸਾਡੇ ਮੁਲਕ ਦੀ ਸਿਆਸਤ ਔਰ ਮਾਮਲਾਤ ਔਰ ਇੰਟਰਨੈਸ਼ਨਲ ਅਫੇਅਰ ਸਾਡੇ ਕਿਸ ਪਾਸੇ ਜਾ ਰਹੇ ਨੇ। ਜਿਉਂਦੇ ਰਹੋ, ਵਸਦੇ ਰਹੋ ਤੇ ਜਨਾਬ ਸਬਸਕ੍ਰਾਈਬ ਕਰਦੇ ਰਹੋ।